ਨਾਸਕ ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ। ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ। ਪਗ ਪੰਕਜ ਪਰ ਨਮੋ ਕਰ ਕਹੀ ਅਰਜ਼ ਉਰ ਧੀਰ। ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਇਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਰਮ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠੇ ਹੋ। ਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਹਾਜ਼ਰੀ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਸਰਵਣ ਕਰਦੇ ਹੋ। ਗੁਰੂ ਕੇ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਬੜੀ ਸਿੱਖਿਆ ਮਹਾਰਾਜ ਜੀ ਦੇ ਕੋਲੋਂ ਪ੍ਰਾਪਤ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਈ ਗੁਰਸਿੱਖਾਂ ਨੂੰ ਬਾਣੀ ਦੀਆਂ ਪੰਕਤੀਆਂ ਦੇ ਸਹਿਤ ਸਿੱਖਿਆ ਦਿੰਦੇ ਹਨ। ਇਹ ਪ੍ਰਸੰਗ ਆਪ ਜੀ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹੋ। ਹੁਣ ਆਓ ਅੱਜ ਦਾ ਪ੍ਰਸੰਗ ਆਪਾਂ ਸਰਵਣ ਕਰੀਏ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸੂਦ ਸੂਰ ਕਲਿਆਣ ਇੱਕ ਆਇਓ ਸਤਿਗੁਰ ਤੀਰ। ਭਾਈ ਕਲਿਆਣਾ ਜੀ ਜਿਹੜੇ ਕਿ ਸੂਦ ਜਾਤੀ ਦੇ ਹਨ ਔਰ ਯੋਧੇ ਹਨ, ਸੂਰਮੇ ਹਨ, ਉਹ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਹਨ। ਫਿਰ ਸੁਣਿਓ, ਭਾਈ ਕਲਿਆਣਾ ਜੀ ਸੂਦ ਜਾਤੀ ਦੇ ਹਨ ਔਰ ਬੜੇ ਵੱਡੇ ਸੂਰਮੇ ਹਨ, ਯੋਧੇ ਹਨ। ਉਹ ਮਹਾਰਾਜ ਜੀ ਦੇ ਕੋਲ ਆਏ ਹਨ। ਪਗ ਪੰਕਜ ਪਰ ਨਮੋ ਕਰੀ ਕਹੀ ਅਰਜ਼ ਉਰ ਧੀਰ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਭਾਈ ਕਲਿਆਣਾ ਜੀ ਨੇ ਨਮਸਕਾਰ ਕੀਤੀ ਹੈ। ਬੜੇ ਧੀਰਜ ਦੇ ਨਾਲ, ਬੜੀ ਸ਼ਾਂਤੀ ਦੇ ਨਾਲ ਸੱਚੇ ਪਾਤਸ਼ਾਹ ਜੀ ਨੂੰ ਉੱਤੋਂ ਬੇਨਤੀ ਕੀਤੀ ਹੈ। ਚੌਪਈ ਸੁਨੋ ਗੁਰੂ ਜੀ ਮੈਂ ਰਣ ਖੇਤ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਆਪ ਜੀ ਦੀ ਕਿਰਪਾ ਦੇ ਨਾਲ ਮੈਂ
ਜੰਗ ਦੇ ਮੈਦਾਨ ਦੇ ਵਿੱਚ ਨਿਰਭੈ ਰਹੋ ਰਿਪ ਹਤ ਬੇਹੇਤ। ਬੜਾ ਨਿਡਰ ਹੋ ਕੇ ਲੜਦਾ ਸੱਚੇ ਪਾਤਸ਼ਾਹ। ਬੜੇ ਵੈਰੀਆਂ ਨੂੰ ਮੈਂ ਮਾਰਿਆ ਅੱਜ ਤੱਕ। ਜਦੋਂ ਜੰਗ ਦਾ ਮੈਦਾਨ ਮਹਾਰਾਜ ਮੰਡਿਆ ਜਾਂਦਾ ਹੈ, ਮੈਂ ਬੜੇ ਚਾਅ ਦੇ ਨਾਲ ਇਹ ਆਪਣਾ ਕੰਮ ਕਰਦਾ ਹਾਂ। ਹਾਂਜੀ, ਦੋਨੋਂ ਦਲ ਮੁਕਾਬਲੇ ਧਰੇ। ਸੱਚੇ ਪਾਤਸ਼ਾਹ ਜਦੋਂ ਦੋਵੇਂ ਪਾਸਿਓਂ ਮੁਕਾਬਲੇ ਹੁੰਦੇ ਆ, ਜਬ ਹੂੰ ਸ਼ਸਤਰ ਚੱਲਣ ਲੱਗ ਪਰੇ। ਤੇ ਜਦੋਂ ਸ਼ਸਤਰ ਚੱਲਣ ਲੱਗ ਪੈਂਦੇ ਆ, ਖੂਬ ਸ਼ਸਤਰ ਦੋਵੇਂ ਪਾਸਿਓਂ ਚੱਲਦੇ ਆ। ਹਾਂਜੀ, ਤਬ ਰਿਪ ਸੈਨਾ ਮਹਿ ਬਰ ਜਾਵੋ। ਸੱਚੇ ਪਾਤਸ਼ਾਹ ਮੈਂ ਫਿਰ ਉਸ ਸਮੇਂ ਦੁਸ਼ਮਣਾਂ ਦੀ ਸੈਨਾ ਦੇ ਵਿੱਚ ਨਿਡਰ ਹੋ ਕੇ ਵੜ ਜਾਂਦਾ ਮਹਾਰਾਜ, ਪ੍ਰਵੇਸ਼ ਹੋ ਜਾਂਦਾ। ਹਾਂਜੀ, ਕਰ ਪ੍ਰਹਾਰ ਬਲ ਤੇਰੇ ਭਕਾਵੋ। ਤੇ ਮੈਂ ਸ਼ਸਤਰਾਂ ਦਾ ਅਭਿਆਸ ਬੜਾ ਕੀਤਾ ਮਹਾਰਾਜ। ਮੈਨੂੰ ਤਲਵਾਰਬਾਜ਼ੀ ਕਰਨੀ ਬੜੀ ਆਉਂਦੀ ਹੈ। ਬੜੇ ਸੋਹਣੇ ਤਰੀਕੇ ਦੇ ਨਾਲ ਮੈਂ ਤਲਵਾਰ ਚਲਾਉਂਦਾ ਮਹਾਰਾਜ। ਮੈਂ ਬੜੇ ਸੋਹਣੇ ਤਰੀਕੇ ਨਾਲ ਤੀਰ ਚਲਾਉਂਦਾ, ਡਾਂਗ ਬੜੇ ਸੋਹਣੇ ਤਰੀਕੇ ਦੇ ਨਾਲ ਚਲਾਉਂਦਾ ਮੈਂ ਮਹਾਰਾਜ। ਫਿਰ ਵਾਰ ਕਰਕੇ ਵੈਰੀ ਦੀਆਂ ਫੌਜਾਂ ਨੂੰ ਮਾਰ ਸੁੱਟਦਾ ਸੱਚੇ ਪਾਤਸ਼ਾਹ। ਹਾਂਜੀ, ਪੁੰਨ ਨਿਜ ਦਲ ਮੈਂ ਆਨ ਪ੍ਰਵੇਸ਼ੋ। ਮਹਾਰਾਜ ਉਹ ਦੁਸ਼ਮਣਾਂ ਦੇ ਦਲ ਦੇ ਵਿੱਚ ਜਾ ਕੇ ਉਹਨਾਂ ਨੂੰ ਮਾਰ ਕੇ ਫਿਰ ਮੈਂ ਆਪਣੇ ਦਲ ਵਿੱਚ ਆ ਕੇ ਸ਼ਾਮਲ ਹੋ ਜਾਂਦਾ। ਹਾਂਜੀ, ਕਰੋ ਭਲਾਵਨ ਸ਼ਤਰੂ ਵਿਸ਼ੇਸ਼ੋ। ਹਾਂ ਮਹਾਰਾਜ, ਵੈਰੀਆਂ ਨੂੰ ਮੈਂ ਭਜਾ ਦਿੰਦਾ। ਤੁਹਾਡੀ ਕਿਰਪਾ ਦੇ ਨਾਲ ਮੇਰੇ ਸਰੀਰ ਵਿੱਚ ਇੰਨਾ ਬਲ ਹੈਗਾ ਹੈ ਜੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਸੰਗਤ ਦੀ ਆਪੋ ਆਪਣੀਆਂ ਡਿਊਟੀਆਂ ਨੇ, ਰੱਬ ਨੇ ਜਿਨ੍ਹਾਂ ਦੀ ਲਾਈ। ਕਿਸੇ ਨੂੰ ਵੇਖੋ ਸਿਪਾਹੀ ਬਣਾਇਆ, ਕਿਸੇ ਨੂੰ ਆਰਮੀ ਦੇ ਵਿੱਚ ਰੱਖਿਆ, ਕਿਸੇ ਨੂੰ ਡਾਕਟਰ ਬਣਾਤਾ, ਕਿਸੇ ਨੂੰ ਪਾਠੀ ਰਾਗੀ ਗਿਆਨੀ ਧਿਆਨੀ ਬਣਾ ਦਿੱਤਾ ਜੀ। ਇਹ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਸਾਰਿਆਂ ਦੀਆਂ। ਹਾਂਜੀ, ਕਿਸੇ ਨੂੰ ਕਥਾ ਕਰਨੇ ਲਾਤਾ, ਕਿਸੇ ਨੂੰ ਸੁਣਨੇ ਲਾ ਦਿੱਤਾ ਜੀ। ਸੱਚੇ ਪਾਤਸ਼ਾਹ ਮੈਂ ਵੈਰੀਆਂ, ਬਹੁਤੇ ਵੈਰੀਆਂ ਨੂੰ ਮਾਰਦਾ, ਤੁਹਾਡੀ ਕਿਰਪਾ ਨਾਲ ਡਰਦਾ ਨਹੀਂ ਸੱਚੇ ਪਾਤਸ਼ਾਹ ਮੈਂ। ਹਾਂਜੀ, ਸੁਨ ਸ਼੍ਰੀ ਮੁਖ ਤੇ ਵਾਕ ਉਚਾਰੇ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਉਹਦੀਆਂ ਗੱਲਾਂ ਸੁਣੀਆਂ, ਮਹਾਰਾਜ ਨੇ ਬਚਨ ਕੀਤੇ ਆਪਣੇ ਮੁਖ ਤੋਂ ਜੀ। ਸੁਗਮ ਆਹ ਦਲ ਰਿਪ ਦਲ ਮਾਰੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਪਿਆਰਿਆ ਇਹ ਤੇ ਬਹੁਤ ਆਸਾਨ ਹੈਗਾ। ਕਹਿਣ ਲੱਗੇ ਸਰੀਰ ਦੇ ਵਿੱਚ ਬਲ ਹੋਣਾ, ਸ਼ਸਤਰਾਂ ਦਾ ਅਭਿਆਸ ਕਰਕੇ ਵੈਰੀਆਂ ਨੂੰ ਮਾਰਨਾ, ਮੁਕਾਬਲਾ ਕਰਨਾ, ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਮਹਾਰਾਜ ਕਹਿੰਦੇ। ਹਾਂਜੀ, ਇਸ ਕੋ ਸਦਾ ਸਤ ਅਗਿਆਨ। ਮਹਾਰਾਜ ਕਹਿਣ ਲੱਗੇ ਅਗਿਆਨੀ ਬੰਦਾ ਇਹਨੂੰ ਹੀ ਸਭ ਕੁਝ ਸਮਝੀ ਬੈਠਾ ਹੈ, ਇਹਨੂੰ ਹੀ ਸੱਚ ਸਮਝਦਾ ਹੈ। ਹਾਂਜੀ, ਕਾਮ ਕ੍ਰੋਧ ਆਦਿਕ ਭਟ ਜਾਨ। ਮਹਾਰਾਜ ਕਹਿਣ ਲੱਗੇ ਜਿਵੇਂ ਤੂੰ ਉਹਨਾਂ ਨੂੰ ਦੁਸ਼ਮਣ ਸਮਝਦਾ, ਵੈਰੀ ਸਮਝਦਾ, ਤੇ ਵੈਰੀ ਸਮਝ ਕੇ ਉਹਨਾਂ ਦਾ ਨਾਸ ਕਰਦਾ ਹੈ, ਪਿਆਰਿਆ ਵੈਰੀ ਤੇ ਤੇਰੇ ਅੰਦਰ ਵੀ ਬੈਠੇ ਹੋਏ ਨੇ। ਮਹਾਰਾਜ ਮੇਰੇ ਅੰਦਰ ਕਿਹੜੇ ਵੈਰੀ ਬੈਠੇ ਹੋਏ ਨੇ? ਸੰਗਤ ਜੀ ਚੇਤਾ ਰੱਖਿਓ, ਬਾਹਰ ਦੀ ਖੋਜ ਬੰਦਾ ਬੜੀ ਕਰਦਾ ਜੇ, ਆਪਣੇ ਅੰਦਰ ਦੀ ਖੋਜ ਨਹੀਂ ਕਰਦਾ। ਮੈਂ ਕੀ ਹੈਗਾ ਜੀ, ਮੈਂ ਕੀ ਹੈਗਾ ਜੀ। ਹਾਂਜੀ, ਆਪਣੇ ਅੰਦਰ ਦੀ ਖੋਜ ਨਹੀਂ ਕਰਦਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਕਹਿੰਦੇ ਆ, ਮਹਾਰਾਜ ਕਹਿੰਦੇ ਵੈਰੀ ਤੇ ਤੇਰੇ ਅੰਦਰ ਵੀ ਬੈਠੇ ਹੋਏ। ਕਹਿੰਦਾ ਮਹਾਰਾਜ ਕਿਹੜਾ ਵੈਰੀ ਹੈ? ਮਹਾਰਾਜ ਕਹਿੰਦੇ ਕਾਮ ਵੈਰੀ ਬਣ ਕੇ ਤੇਰੇ ਅੰਦਰ ਬੈਠਾ। ਫਿਰ ਆ ਜਿਹੜਾ ਗੁੱਸਾ ਨਾ, ਗੁੱਸਾ ਇਹ ਵੀ ਵੈਰੀ ਬਣ ਕੇ ਹੀ ਤੇਰੇ ਅੰਦਰ ਬੈਠਾ ਹੀ। ਹੁਣ ਬਾਹਰ ਦੇ ਵੈਰੀਆਂ ਨੂੰ ਤੇ ਬੰਦਾ ਮਾਰਦਾ, ਅੰਦਰ ਦੇ ਵੈਰੀਆਂ ਨੂੰ ਰੋਜ਼ ਪਾਲਦਾ ਜੀ। ਹਾਂਜੀ, ਲੈ ਗੁਰ ਸ਼ਬਦ ਸ਼ਸਤਰ ਬਲ ਧਰ ਕੇ। ਮਹਾਰਾਜ ਕਹਿਣ ਲੱਗੇ ਜਿਵੇਂ ਤੂੰ ਬਾਹਰ ਦੇ ਵੈਰੀਆਂ ਨੂੰ ਹੱਥ 'ਚ ਸ਼ਸਤਰ ਫੜ ਕੇ ਮਾਰ ਦੇਣਾ, ਅੰਦਰ ਦੇ ਵੈਰੀਆਂ ਨੂੰ ਮਾਰਨਾ ਨਾ ਜੇ, ਤੇ ਗੁਰੂ ਦੇ ਸ਼ਬਦ ਦਾ ਸ਼ਸਤਰ ਫੜਨਾ ਪੈਣਾ। ਕਹਿਣ ਲੱਗੇ ਗੁਰੂ ਦੇ ਸ਼ਬਦ ਦੇ ਸ਼ਸਤਰ ਦੇ ਨਾਲ ਉਹ ਮਰਨਾ ਹੈ। ਮਹਾਰਾਜ ਬਾਣੀ 'ਚ ਵੀ ਕਹਿੰਦੇ ਆ, ਪੰਚ ਸਤਾਵਹਿ ਦੂਤ ਕਵਨ ਬਿਦ ਮਾਰਨੇ, ਹਰੇ ਹਾਂ ਮਹਾ ਬਿਖਾਦੀ ਘਾਤ, ਨਾਮ ਪ੍ਰਭ ਧਿਆਈਐ।
ਗੱਜ ਕੇ ਆਖੋ ਵਾਹਿਗੁਰੂ। ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਆ। ਜਦੋਂ ਕਮਨ ਵਾਹਿਗੁਰੂ ਪੰਜ ਦੂਤ ਸਤਾਉਂਦੇ ਆ ਨਾ, ਤੇ ਗੁਰਮੁਖ ਫਿਰ ਖਿੱਚ ਖਿੱਚ ਕੇ ਗੁਰਮੰਤਰ ਦੇ ਤੀਰ ਮਾਰਦੇ ਆ ਜੀ। ਮਹਾਰਾਜ ਕਹਿੰਦੇ ਗੁਰੂ ਦਾ ਸ਼ਬਦ ਵੀ ਸ਼ਸਤਰ ਏ ਅੰਦਰ ਦੇ ਵੈਰੀਆਂ ਨੂੰ ਮਾਰਨ ਵਾਸਤੇ। ਹਾਂਜੀ, ਇਨਹੋਂ ਪ੍ਰਹਾਰੈ ਹਿਰਦੈ ਵਿਚਰਕੈ। ਮਹਾਰਾਜ ਕਹਿੰਦੇ ਇਹਨਾਂ ਤੇ ਵੀ ਪ੍ਰਹਾਰ ਕਰਿਆ ਕਰ, ਇਹਨਾਂ ਤੇ ਵੀ ਵਾਰ ਕਰਿਆ ਕਰ। ਹਾਂਜੀ, ਮਹਾ ਸੂਰਮਾ ਕਹੀਐ ਸੋਏ। ਜਿਹੜਾ ਗੁਰੂ ਦੇ ਸ਼ਬਦ ਦਾ ਵਾਰ ਅੰਦਰ ਦੇ ਵੈਰੀਆਂ ਦੇ ਉੱਤੇ ਕਰਦਾ ਹੈ, ਮਹਾਰਾਜ ਕਹਿੰਦੇ ਭਾਈ ਕਲਿਆਣ ਸਭ ਤੋਂ ਵੱਡਾ ਸੂਰਮਾ ਉਹ ਮੰਨਿਆ ਜਾਂਦਾ ਹੈ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਸੂਰਾ, ਜਿਹਨੂੰ ਆ ਰੰਗ ਲੱਗ ਜੇ। ਮਨ ਹੀ ਹੈ ਨਾ ਇਹ ਵੈਰੀਆਂ ਨੂੰ ਉਤਸ਼ਾਹਿਤ ਕਰਨ ਵਾਲਾ। ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੁਸੀਂ ਰੋਜ਼ ਪੜ੍ਹਦੇ ਹੋ। ਮਹਾਰਾਜ ਕਹਿੰਦੇ ਇਹਨੂੰ ਜਿੱਤ ਲੋ, ਸਾਰਾ ਜਗਤ ਹੀ ਜਿੱਤ ਲੋਗੇ, ਏਡੇ ਵੱਡੇ ਸੂਰਮੇ ਬਣ ਜਾਓਗੇ। ਮਨ ਜੀਤੈ ਜਗ ਜਗ ਜੀਤ, ਇਹ ਨਹੀਂ ਜਿੱਤਿਆ ਜਾਂਦਾ। ਸੱਚੀ ਗੱਲ ਇਹ ਹੈ, ਬਾਹਰ ਦੀਆਂ ਜੰਗਾਂ ਤੇ ਦੂਜਿਆਂ ਨੂੰ ਅੱਖਾਂ ਕੱਢ ਕੇ ਬੰਦਾ ਜਿੱਤ ਲਏਗਾ, ਪਰ ਸੰਗਤ ਜੀ ਅੰਦਰ ਦੀ ਜੰਗ ਆਪਾਂ ਹਾਰ ਜਾਂਦੇ ਆ ਜੀ। ਹਰ ਬੰਦੇ ਨੂੰ ਪਤਾ ਮੇਰੇ ਵਿੱਚ ਕਾਮ ਕਿੰਨਾ, ਮੇਰੇ 'ਚ ਕ੍ਰੋਧ ਕਿੰਨਾ, ਮੇਰੇ 'ਚ ਲੋਭ ਕਿੰਨਾ, ਮੇਰੇ 'ਚ ਮੋਹ ਕਿੰਨਾ। ਇਹਨਾਂ ਨੂੰ ਮਾਰਨ ਵਾਲੇ ਪਾਸੇ ਧਿਆਨ ਨਹੀਂ ਜਾਂਦਾ। ਹਾਂਜੀ, ਸੁਖ ਅਨਾਸ਼ ਇਨ ਨਾਸ਼ੇ ਹੋਏ। ਮਹਾਰਾਜ ਕਹਿਣ ਲੱਗੇ ਜਦੋਂ ਇਹ ਮਰ ਜਾਂਦੇ ਆ ਨਾ, ਤੇ ਫਿਰ ਉਹ ਸੁੱਖ ਮਿਲਦਾ ਜਿਸ ਸੁੱਖ ਦਾ ਕਦੀ ਨਾਸ ਹੀ ਨਹੀਂ ਹੁੰਦਾ। ਜਿਹੜਾ ਸੁੱਖ ਮੁੱਕਦਾ ਹੀ ਨਹੀਂ, ਉਹ ਸੁੱਖ ਮਿਲਦਾ। ਸੰਗਤ ਜੀ, ਬਹੁਤ ਸਾਰੇ ਲੋਕ ਇਹਨਾਂ ਵੈਰੀਆਂ ਨੂੰ ਮਾਰਦੇ ਨੇ ਜੀ, ਅੰਦਰ ਦਿਆਂ ਨੂੰ ਜੀ। ਗੁਰਮੁਖ ਸੰਤ ਭਗਤ ਇਹਨਾਂ ਨੂੰ ਮਾਰਦੇ ਆ। ਭਜਨ ਕਰਨ ਦਾ, ਨਾਮ ਜਪਣ ਦਾ, ਮਹਾਂਪੁਰਖ ਦਰਬਾਰ ਸਾਹਿਬ ਪਰਿਕਰਮਾ 'ਚ ਰਹਿੰਦੇ ਹੁੰਦੇ ਸੀਗੇ। ਅਚਾਨਕ ਹੀ ਖੀਰ ਖਾਣ ਦਾ ਮਨ ਆ ਗਿਆ ਜੀ। ਉਸ ਸਮੇਂ ਵਿੱਚ 1 ਰੁਪਈਆ ਉਹਨਾਂ ਨੇ ਹਲਵਾਈ ਨੂੰ ਦਿੱਤਾ ਵੀ ਮੈਨੂੰ ਖੀਰ ਬਣਾ ਦੇ। ਸਾਡਾ ਵੀ ਕਈ ਤਰ੍ਹਾਂ ਦੇ ਪਦਾਰਥ ਖਾਣ ਨੂੰ ਮਨ ਕਰਦਾ ਹੀ ਹੈ, ਤੇ ਇਹ ਮਨ ਕੀ ਹੈ? ਮਨ ਵਿੱਚ ਹੀ ਉਹ ਵੈਰੀ ਬੈਠੇ ਆ। ਉਹਨਾਂ 1 ਰੁਪਈਆ ਹਲਵਾਈ ਨੂੰ ਦਿੱਤਾ, ਉਹਨਾਂ ਪਤੀਲਾ ਭਰ ਦਿੱਤਾ ਜੀ। ਦੋਵਾਂ ਹੱਥਾਂ ਨਾਲ ਖੀਰ ਖਾਣ, ਦੋਵਾਂ ਹੱਥਾਂ ਨਾਲ। ਲੋਕ ਵੇਖਣ, ਰੱਜ ਗਏ ਜੀ, ਪੇਟ ਭਰ ਗਿਆ। ਫੇਰ ਕਹਿਣ ਖਾ ਖੀਰ, ਨਾਲੇ ਬੋਲੀ ਜਾਣ, ਨਾਲੇ ਆਪਣੇ ਅੰਦਰ ਖੀਰ ਪਾਈ ਜਾਣ, ਖਾਈ ਜਾਣ। ਕਹਿੰਦੇ ਹੋਰ ਖਾ, ਹੋਰ ਖਾ। ਸਰੀਰ ਦਾ ਬੁਰਾ ਹਾਲ ਹੋ ਗਿਆ। ਲਾਗੋਂ ਸੰਤ ਮਹਾਤਮਾ ਨੇ ਫੜ ਕੇ ਰੋਕਿਆ, ਮਹਾਤਮਾ ਜੀ ਇਹ ਕੀ ਕਰ ਰਹੇ ਹੋ? ਮਹਾਤਮਾ ਜੀ ਕਹਿੰਦੇ ਬੜਾ ਬੇਈਮਾਨ ਸੀ। ਅੱਜ ਭਜਨ ਜਦੋਂ ਕਰ ਰਿਹਾ ਸੀ ਨਾ, ਇਹ ਖੀਰ ਮੰਗਣ ਦਿਆ ਸੀ। ਕਹਿਣ ਲੱਗੇ ਹੁਣ ਇੰਨੀ ਰਜਾ ਦੇਣਾ, ਇਹਨੂੰ ਇੰਨਾ ਰਜਾਣਾ, ਮੁੜ ਕਿਤੇ ਖੀਰ ਨਾ ਮੰਗੇਗਾ। ਗੱਜ ਕੇ ਆਖੋ ਵਾਹਿਗੁਰੂ। ਸ਼ਰਮਿੰਦਿਆਂ ਕਰ ਦੇਣਾ ਇਸ ਮਨ ਨੂੰ। ਕਹਿਣ ਲੱਗੇ ਸ਼ਰਮਿੰਦਿਆਂ ਕਰ ਦੇਣਾ। ਅੰਦਰ ਵੀ ਸੰਪਦਾ ਹੈ, ਉਸ ਸੰਪਦਾ ਦਾ ਇਹ ਨਾਸ ਕਰਦੇ ਵੈਰੀ ਜੀ। ਦੇਵੀ ਸੰਪਦਾ ਕਹਿ ਲੋ, ਸ਼ੁਭ ਗੁਣਾਂ ਦੀ ਸੰਪਦਾ ਕਹਿ ਲੋ। ਤੇ ਜੇ ਸਰੀਰ ਦੀ ਵੀ ਗੱਲ ਕਰੀਏ, ਕਾਮ ਬੰਦੇ ਦੇ ਸਰੀਰ ਨੂੰ ਇਉਂ ਨਾਸ ਕਰਦਾ ਹੈ ਜਿਵੇਂ ਕੰਚਨ ਨੂੰ ਸੁਹਾਗਾ ਨਾਸ ਕਰਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਹਾਂਜੀ, ਅਸ ਬਿਰਲੇ ਜੋਧਾ ਬਲਵੰਤ। ਮਹਾਰਾਜ ਕਹਿਣ ਲੱਗੇ ਵਿਰਲੇ ਜੋਧੇ ਨੇ, ਵਿਰਲੇ ਹਨ। ਮਨ ਰਿਪਕੋ ਕਰ ਜਤਨ ਗਹੰਤ। ਜਿਹੜੇ ਮਨ ਰੂਪੀ ਵੈਰੀ ਨੂੰ ਫੜ ਲੈਂਦੇ ਆ, ਇਹਦਾ ਇਲਾਜ ਕਰਦੇ ਆ। ਬਾਹਰੋਂ ਤੇ ਹਰ ਕੋਈ ਯੋਧਾ ਬਣ ਜਾਂਦਾ। ਬਾਹਰ ਦਾ ਯੋਧਾ ਬਣਦਾ ਬਾਹਰ ਦੇ ਵੈਰੀਆਂ ਨੂੰ ਮਾਰ ਕੇ, ਅੰਦਰ ਦਾ ਯੋਧਾ ਬਣਦਾ ਅੰਦਰ ਦੇ ਵੈਰੀਆਂ ਨੂੰ ਮਾਰ ਕੇ।
ਹਾਂਜੀ। ਇਸ ਪਰ ਏਕ ਸ਼ਲੋਕ ਬਨਾਇਓ। ਮਹਾਰਾਜ ਕਹਿਣ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਸ਼ਲੋਕ ਇਸੇ ਗੱਲ ਦਾ ਹੀ ਲਿਖਿਆ ਹੋਇਆ। ਹਾਂਜੀ। ਸ਼੍ਰੀ ਮੁਖ ਤੇ ਤਬ ਭਾਖ ਸੁਨਾਇਓ। ਮਹਾਰਾਜ ਨੇ ਭਾਈ ਕਲਿਆਣਾ ਜੀ ਨੂੰ ਉਹ ਸ਼ਲੋਕ ਜਿਹੜਾ ਉਹ ਸੁਣਾਇਆ। ਸ੍ਰੀ ਮੁਖ ਵਾਕ ਸ਼ਲੋਕ ਸਹਸ ਕ੍ਰੀਤੀ ਮਹੱਲਾ ਪੰਜਵਾਂ। ਸਹਿਸ ਕ੍ਰਿਤੀ ਬਾਣੀ ਜਿਹਨੂੰ ਸਾਧ ਸੰਗਤ ਦੀ ਆਮ ਸੰਗਤਾਂ ਮਹਿੰਗੀ ਬਾਣੀ ਮੰਨਦੀਆਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ। ਹਾਂਜੀ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤਹ। ਹਾਂਜੀ। ਆਵਦਹ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਨ ਮਣਹ। ਆਰੂੜ ਤੇ ਅਸਵਰਥ ਨਗਹ ਬੁਝੰਤੇ ਪ੍ਰਭ ਮਾਰਗਹ। ਵਿਚਰਤੇ ਨਿਰਭੰ ਸ਼ਤਰੂ ਸੈਨਾ ਤਾਯੰਤੇ ਗੋਪਾਲ ਕੀਰਤਨਹ। ਜਿਤਤੇ ਵਿਸਵ ਸੰਸਾਰਹ ਨਾਨਕ ਵਸਯੰ ਕਰੋਤ ਪੰਚ ਤਸਕਰਹ। ਗੱਜ ਕੇ ਆਖੋ ਵਾਹਿਗੁਰੂ। ਇਹ ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਕਲਿਆਣਾ ਜੀ ਨੂੰ ਦੱਸਿਆ। ਸੈਨਾ ਸਾਧ ਸਮੂਹ ਸੂਰ ਅਜਿਤੰ। ਮਹਾਰਾਜ ਕਹਿਣ ਲੱਗੇ ਹਰ ਸਾਧੂ ਦੇ ਕੋਲ ਇੱਕ ਯੋਧਿਆਂ ਦੀ ਫੌਜ ਹੈਗੀ ਆ, ਸੂਰਮੇ ਹੈਗੇ ਆ। ਹਰ ਇੱਕ ਤੁਹਾਡੇ ਅੰਦਰ ਵੀ ਹੈ। ਕੱਲ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਪੁਰਬ ਸੀ। ਭਾਈ ਸੱਤਾ ਤੇ ਬਲਵੰਡ ਜੀ ਨੇ ਗੁਰੂ ਅਮਰਦਾਸ ਜੀ ਦੇ ਜਦੋਂ ਗੁਣ ਦੱਸੇ, ਕਹਿੰਦੇ ਘੋੜਾ ਕੀਤੋ ਸਹਿਜ ਦਾ ਜਤ ਕਿਓ ਪਲਾਣ। ਧਨਖ ਚੜਾਇਓ ਸੱਤ ਦਾ ਜਸ ਹੰਦਾ ਬਾਣ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅੰਦਰ ਦੀ ਸੈਨਾ ਦਾ ਗੁਰੂ ਅਰਜਨ ਦੇਵ ਜੀ ਜ਼ਿਕਰ ਕਰਦੇ। ਸਾਰੇ ਧਿਆਨ ਨਾਲ ਸੁਣਿਓ ਸੰਗਤ ਜੀ। ਇਸ ਸਰੀਰ ਵਿੱਚ ਬਹੁਤ ਕੁਝ ਹੈ। ਇਹ ਗੱਲ ਵੱਖਰੀ ਹੈ, ਸਾਡੇ ਗਰੀਬਾਂ ਦੀ ਪਹੁੰਚ ਨਹੀਂ ਉੱਥੋਂ ਤੱਕ ਹੈਗੀ ਸੀ। ਤੁਸੀਂ ਕਥਾ ਸੁਣੀ ਸੀਗੀ ਵੇਦਾਂਤ ਦੀ। ਬਹੁਤ ਕੁਝ ਆਇਆ ਜੋ ਇਸ ਸਰੀਰ ਵਿੱਚ ਸੀ। 5 ਕੋਸ਼ ਨੇ, 5 ਕੋਸ਼ਾਂ ਤੋਂ ਬਾਅਦ ਆਤਮਾ ਹੈ। ਹੁਣ ਇੱਥੇ ਮਹਾਰਾਜ ਕੀ ਕਹਿ ਰਹੇ ਆ? ਸੈਨਾ ਸਾਧ ਸਮੂਹ ਸੂਰ ਅਜਿਤੰ। ਹਰ ਸੰਤ ਕੋਲ ਮਹਾਰਾਜ ਕਹਿਣ ਲੱਗੇ ਬਾਹਰ ਦੀ ਦੁਨੀਆ 'ਚ ਯੋਧਾ ਮੰਨਦੇ ਜਿਹੜਾ ਸ਼ਸਤਰ ਚਲਾਉਂਦਾ ਹੈ, ਰੱਬ ਦੀ ਦਰਗਾਹ ਵਿੱਚ ਸੰਤ ਵੀ ਯੋਧਾ ਹੀ ਹੈ। ਕਹਿਣ ਲੱਗੇ ਨਾਮ ਜਪਣਾ ਵੇਲੜਾਂ ਦਾ ਕੰਮ ਨਹੀਂ ਹੈ। ਆਮ ਤੌਰ ਤੇ ਲੋਕ ਕਹਿੰਦੇ ਜੀ ਇਹ ਤੇ ਵਿਹਲੇ ਹੈਗੇ ਆ, ਇਹਨਾਂ ਨੂੰ ਕੀ ਕੰਮ ਹੈ, ਵਿਹਲੇ ਬੈਠੇ ਆ, ਚਲੋ ਨਾਮ ਜਪੀ ਜਾਂਦੇ। ਨਾਮ ਜਪਣਾ ਬੜੀ ਮਿਹਨਤ ਦਾ ਕੰਮ ਹੈ, ਬੜੀ ਮਸ਼ੱਕਤ ਦਾ ਕੰਮ ਹੈ। ਜਿਹੜੀ ਰੱਬ ਦੇ ਪਿਆਰਿਆਂ ਦੇ ਕੋਲ ਸੈਨਾ ਹੈ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਅਜਿਤੰਗ ਹੈ। ਉਹਨਾਂ ਦੇ ਸੂਰਮਿਆਂ ਨੂੰ ਕੋਈ ਜਿੱਤ ਨਹੀਂ ਸਕਦਾ, ਉਸ ਸੈਨਾ ਨੂੰ ਕੋਈ ਜਿੱਤ ਨਹੀਂ ਸਕਦਾ। ਗੱਲ ਨੂੰ ਫੇਰ ਸਮਝਿਓ। 2 ਦੇਸ਼ਾਂ ਦੀਆਂ ਫੌਜਾਂ ਲੜ ਰਹੀਆਂ ਨੇ ਜੀ। ਇੱਕ ਫੌਜ ਜਿੱਤੀ ਗਈ, ਇੱਕ ਹਾਰ ਗਈ। ਪਰ ਜ਼ਰੂਰੀ ਨਹੀਂ ਜਿਹੜੀ ਜਿੱਤੀ ਗਈ ਹੈ ਉਹਨੇ ਸਦਾ ਹੀ ਜਿੱਤਣਾ ਹੈ, ਤੇ ਜਿਹੜੀ ਹਾਰ ਗਈ ਉਹਨੇ ਸਦਾ ਹੀ ਹਾਰਨਾ ਹੈ। ਹੋ ਸਕਦਾ ਅਗਲੇ ਯੁੱਧ ਵਿੱਚ ਜਿੱਤੀ ਹੋਈ ਫੌਜ ਹਾਰ ਜਾਵੇ। ਮੈਚ ਦੀਆਂ 2 ਟੀਮਾਂ ਨੇ, ਇਸ ਵਾਰ ਜਿਹੜੀ ਟੀਮ ਜਿੱਤ ਗਈ ਹੈ ਹੋ ਸਕਦਾ ਅਗਲੇ ਮੈਚ 'ਚ ਹਾਰ ਜਾਵੇ। ਪਰ ਜਿਹੜੇ ਯੋਧਿਆਂ ਦੀ ਟੀਮ ਸੰਤਾਂ ਕੋਲ ਹੈ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਯੋਧੇ ਕਦੀ ਵੀ ਨਹੀਂ ਹਾਰਦੇ। ਕਹਿਣ ਲੱਗੇ ਅੰਦਰ ਵਾਲੇ ਜਿਹੜੇ ਯੋਧੇ ਬੈਠੇ ਆ ਕਦੀ ਨਹੀਂ ਹਾਰਦੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਜਦੋਂ ਮੈਦਾਨ 'ਚ ਜਾਣਾ, ਜਦੋਂ ਜਾਣਾ ਤੇ ਪਿਆਰਿਓ ਸੰਜੋਗ ਪਾ ਕੇ ਜਾਂਦੇ ਸੀਗੇ ਲੜਨ ਵਾਲੇ, ਕਵਚ ਪਾ ਕੇ ਜਾਂਦੇ। ਤੁਸੀਂ ਚਲੋ ਕ੍ਰਿਕਟ ਤਾਂ ਬਹੁਤਿਆਂ ਨੇ ਦੇਖੀ ਹੈ, ਗੋਡਿਆਂ ਤੇ ਵੀ ਪਾਣਾ ਉਹਨਾਂ ਨੇ, ਪਿੰਨੀਆਂ ਪਾਉਣੀਆਂ, ਬਾਹਾਂ ਤੇ ਵੀ ਪਾਉਣੀਆਂ ਵੀ ਗੇਂਦ ਵੱਜੇ ਨਾ।
ਇਸੇ ਤਰ੍ਹਾਂ ਜਦੋਂ ਜੰਗ 'ਚ ਜਾਂਦੇ ਆ, ਸੰਜੋਗ ਪਾ ਕੇ ਜਾਂਦੇ ਸਨ, ਕਵਚ ਪਾ ਕੇ ਜਾਂਦੇ ਸਨ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਭਾਈ ਪਿਆਰਿਓ, ਰੱਬ ਦੇ ਪਿਆਰਿਆਂ ਨੇ ਵੀ ਇੱਕ ਕਵਚ ਪਾਇਆ ਹੋਇਆ। ਉਹ ਕਵਚ ਕਿਹੜਾ ਹੈ? ਉਹ ਹੈ ਨਿਮਰਤਾ ਦਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਵੇਖਦਾ ਤੇ ਨਹੀਂ ਨਾ, ਪਰ ਪਾਇਆ ਹੋਇਆ ਜੀ। ਆਬਦ ਹੈ ਗੁਣ ਗੋਬਿੰਦ ਰਮਣੰ, ਓਟ ਗੁਰ ਸ਼ਬਦ ਕਰ ਚਰਮਣ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਆਬਦ ਹੈ। ਆਬਦ ਹੈ ਕਹਿੰਦੇ ਸ਼ਸਤਰ ਨੂੰ। ਰੱਬ ਦੇ ਪਿਆਰਿਆਂ ਨੇ ਫਿਰ ਸ਼ਸਤਰ ਕਿਹੜਾ ਫੜਿਆ ਹੋਇਆ? ਗੁਣ ਗੋਬਿੰਦ ਰਮਣੰ, ਰੱਬ ਦੇ ਗੁਣ ਗਾਉਣ ਦਾ। ਉਹ ਸਿਫਤਾਂ ਜਿਹੜੀਆਂ ਰੱਬ ਦੀਆਂ ਕਰਦੇ ਨਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਅੰਦਰ ਦੇ ਵੈਰੀਆਂ ਨੂੰ ਭਜਾਉਣ ਵਾਸਤੇ ਇੱਕ ਸ਼ਸਤਰ ਹੈ ਸਾਧ ਸੰਗਤ ਜੀ। ਓਟ ਕਰ ਗੁਰ ਸ਼ਬਦ ਚਰਮਣ ਹੈ। ਤੇ ਫਿਰ ਸੰਗਤ ਦੀ ਢਾਲ ਹੁੰਦੀ, ਢਾਲ। ਜੰਗ 'ਚ ਤੁਸੀਂ ਵੇਖਿਆ ਹੋਏਗਾ, ਢਾਲ ਵੀ ਕੰਮ ਆਉਂਦੀ ਹੈ, ਢਾਲ ਵੀ ਬਚਾਅ ਕਰਦੀ ਹੈ। ਰੱਬ ਦੇ ਪਿਆਰੇ ਸੰਤਾਂ ਦੀ ਜਿਹੜੀ ਓਟ ਹੈ ਨਾ, ਉਹ ਗੁਰੂ ਦਾ ਸ਼ਬਦ ਹੈ ਜੀ। ਗੁਰੂ ਦੀ ਬਾਣੀ ਦੀ ਓਟ ਹੁੰਦੀ ਉਹਨਾਂ ਕੋਲ, ਗੁਰੂ ਦੀ ਬਾਣੀ ਉਹਨਾਂ ਨੂੰ ਬਚਾ ਲੈਂਦੀ ਹੈ। ਫਿਰ ਧਿਆਨ ਨਾਲ ਸੁਣਿਓ, ਸ਼ਲੋਕ ਮਹਿੰਗਾ ਹੈ। ਅੰਦਰ ਦੀ ਸੈਨਾ, ਸਭ ਤੋਂ ਪਹਿਲਾਂ ਜਿਹੜੀ ਸਨੋਹ ਪਾਈ, ਵਾਹਿਗੁਰੂ ਜਿਹੜੀ ਸੰਜੋਗ ਪਾਈ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਸੰਤਾਂ ਕੋ ਨਿਮਰਤਾ ਹੁੰਦੀ ਹੈ। ਨਿਮਰਤਾ ਦੀ ਸੰਜੋਗ ਪਾਈ। ਹੁਣ ਤੁਸੀਂ ਕਹੋ ਕਿ ਸਾਨੂੰ ਸੰਜੋਗ ਦਾ ਨਹੀਂ ਪਤਾ ਲੱਗਦਾ, ਤੂੰ ਕੀ ਸੰਜੋਗ ਆਖੀ ਜਾਂਦਾ? ਇਹਨੂੰ ਸੌਖਾ ਸਮਝਿਓ। ਇੱਕ ਰੱਬ ਦੇ ਪਿਆਰਿਆਂ ਕੋਲ ਹੈ ਨਿਮਰਤਾ, ਦੂਜਾ ਹਥਿਆਰ ਹੈ ਉਹਨਾਂ ਦੇ ਕੋਲ ਪਰਮੇਸ਼ਰ ਦੇ ਗੁਣ ਜਿਹੜਾ ਗਾਉਂਦੇ ਆ, ਤੇ ਤੀਜੀ ਉਹਨਾਂ ਕੋਲ ਬਚਾਅ ਵਾਸਤੇ ਢਾਲ ਹੈ, ਉਹ ਹੈ ਗੁਰੂ ਦੇ ਸ਼ਬਦ ਦੀ ਓਟ ਹੈ ਉਹਨਾਂ ਕੋਲ। ਗੱਜ ਕੇ ਆਖੋ ਵਾਹਿਗੁਰੂ। ਆਸਰਾ ਉਹਨਾਂ ਦੇ ਕੋਲ ਜੀ। ਜਦੋਂ ਸਾਹਮਣੇ ਉਹ ਸ਼ਸਤਰ ਵੱਜਣ ਲੱਗਦਾ, ਉਸੇ ਵੇਲੇ ਢਾਲ ਕਰ ਲੈਂਦੇ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ਼ੇਰ ਆ ਕੇ ਝਪਟਿਆ, ਦਸਵੇਂ ਪਾਤਸ਼ਾਹ ਜੀ ਉੱਤੇ ਸ਼ੇਰ ਆ ਕੇ ਝਪਟਿਆ, ਮਹਾਰਾਜ ਨੇ ਢਾਲ ਕਰ ਲਈ ਦੀ ਅੱਗੇ ਜੀ। ਯੋਧਿਆਂ ਦੇ ਕੋਲ ਢਾਲਾਂ ਹੁੰਦੀਆਂ ਨੇ, ਉਹ ਢਾਲ ਅੱਗੇ ਕਰਦੇ ਆ। ਰੱਬ ਦੇ ਪਿਆਰੇ ਜਦੋਂ ਵੇਖਦੇ ਆ ਨਾ, ਕੋਈ ਮੁਸ਼ਕਲ ਆ ਗਈ ਹੈ, ਕੋਈ ਵਕਾਰ ਤੰਗ ਕਰਨ ਲੱਗ ਪਿਆ, ਫਿਰ ਉਹ ਬਾਣੀ ਪੜ੍ਹਦੇ ਆ, ਬਾਣੀ ਦੀ ਢਾਲ ਅੱਗੇ ਕਰ ਦਿੰਦੇ ਆ ਜੀ। ਆਰੂੜ ਤੇ ਅਸਵ ਰਥ ਨਗ ਹੈ, ਬੁਝੰਤੇ ਪ੍ਰਭ ਮਾਰਗ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਸਿਪਾਹੀ ਘੋੜਿਆਂ ਤੇ ਚੜ੍ਹਦਾ, ਫੌਜ ਹੈ ਨਾ, ਫੌਜ ਘੋੜਿਆਂ ਤੇ ਵੀ ਹੁੰਦੀ ਹੈ, ਗੱਡਿਆਂ ਤੇ ਵੀ ਹੁੰਦੀ ਹੈ, ਹਾਥੀਆਂ ਤੇ ਵੀ ਹੁੰਦੀ ਹੈ। ਫਿਰ ਨਿਰਭੈ ਹੋ ਕੇ ਉਹ ਬੰਦਾ ਇੱਕ ਸਿਪਾਹੀ ਦੂਜੀ ਫੌਜ 'ਚ ਵੜ ਜਾਂਦਾ ਹੈ। ਏਦਾਂ ਹੀ ਹੈ ਨਾ, ਸਿਪਾਹੀ ਕੋ ਘੋੜਾ ਹਾਥੀ ਹੋਏਗਾ, ਉਹ ਦੂਜਿਆਂ ਦੀ ਫੌਜ 'ਚ ਵੜ ਜਾਂਦਾ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਕੋ ਸਵਾਰੀ ਕਾਹਦੀ ਹੈ? ਲੜਨਾ ਸਵਾਰੀ ਵੀ ਚਾਹੀਦੀ। ਸਤਿਗੁਰੂ ਕਹਿਣ ਲੱਗੇ ਰੱਬ ਦੇ ਰਾਹ ਤੇ ਤੁਰਨਾ ਹੀ ਉਹਨਾਂ ਦੀ ਸਵਾਰੀ ਹੈ। ਰੱਬ ਦੇ ਰਾਹ ਤੇ ਤੁਰਨਾ ਹੀ। ਵਿਚਰਤੇ ਨਿਰਭਯੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ। ਰੱਬ ਦੇ ਮਾਰਗ ਤੇ ਚੱਲਣਾ ਉਹਨਾਂ ਦੀ ਸਵਾਰੀ ਹੈ, ਉਹਨਾਂ ਦੇ ਰੱਥ ਹੈ। ਕਹਿਣ ਲੱਗੇ ਫਿਰ ਰੱਬ ਦੇ ਮਾਰਗ ਤੇ ਚੱਲਦੇ ਆ, ਨਿਰਭੈ ਹੋ ਕੇ ਉਹ ਵਿਚਰਦੇ ਆ। ਅੰਦਰ ਦੇ ਸੂਰਮੇ ਵਾਹਿਗੁਰੂ ਅੰਦਰ ਦੇ ਵੈਰੀ ਉਹਦਾ ਕੁਝ ਵੀ ਵਿਗਾੜ ਨਹੀਂ ਸਕਦੇ। ਮਹਾਰਾਜ ਦੀ ਬਾਣੀ ਦੀ ਇੱਕ ਪੰਕਤੀ ਹੋਰ ਸੁਣਿਆ, ਬਹੁਤ ਕੁਝ ਹੈ ਪਿਆਰਿਓ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਨੇ ਅੰਦਰ ਦੀ ਜੰਗ ਬਾਰੇ ਜ਼ਿਕਰ ਕੀਤਾ ਹੈ ਜੀ। ਅਸੀਂ ਕਾਮ ਤੋਂ ਡਰਦੇ ਹਾਂ, ਅਸੀਂ ਕ੍ਰੋਧ ਤੋਂ ਡਰਦੇ ਹਾਂ, ਕਿਤੇ ਕੋਈ ਗਲਤ ਕੰਮ ਨਾ ਹੋ ਜਾਵੇ, ਅੰਦਰ ਦੀ ਸੰਪਦਾ ਲੁੱਟ ਨਾ ਲੈਣ।
ਮਹਾਰਾਜ ਕਹਿੰਦੇ ਦੇਖੋ ਅਚਰਜ ਭਇਆ, ਕਹਿੰਦੇ ਸਿੱਖੋ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਦਾ, ਜਿਹੜਾ ਰੱਬ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਆ ਮੇਰਾ ਛੋਟਾ ਜਿਹਾ ਹਿਰਦਾ ਹੈ, ਛੋਟੇ ਜਿਹੇ ਹਿਰਦੇ 'ਚ ਆ ਕੇ ਵਸ ਗਿਆ। ਕਹਿਣ ਲੱਗੇ ਦੇਖੋ ਅਚਰਜ ਭਇਆ, ਜਿਹ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਜਦੋਂ ਅੰਦਰ ਹਿਰਦੇ 'ਚ ਨਾਮ ਵਸਦਾ ਹੈ, ਰੱਬ ਆਉਂਦਾ ਹੈ, ਕਹਿੰਦੇ ਫਿਰ ਪਤਾ ਕੀ ਹੁੰਦਾ, ਜਿਹੜੇ ਵੈਰੀ ਬਣ ਕੇ ਆਕੜ ਕੇ ਪਹਿਲਾਂ ਮੈਨੂੰ ਡਰਾਉਂਦੇ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਉਹ ਹੁਣ ਮੇਰੇ ਤੋਂ ਡਰਨ ਲੱਗ ਪਏ ਨੇ ਜੀ। ਕਾਰਨ ਸੰਗਤ ਜੀ ਜਦੋਂ ਕਿਸੇ ਵੱਡੇ ਨਾਲ ਸਾਂਝ ਪੈ ਜਾਏ ਨਾ, ਛੋਟੇ ਮੋਟੇ ਬੰਦੇ ਆਪੇ ਹੀ ਡਰਨ ਲੱਗ ਪੈਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਹੁਣ ਉਹ ਵੈਰੀ ਮੇਰੇ ਤੋਂ ਡਰ ਕੇ ਕਹਿੰਦੇ ਕਰਹੇ ਬੇਨਤੀ, ਮੈਨੂੰ ਬੇਨਤੀਆਂ ਕਰਦੇ ਆ, ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਵਿਚਰਤੇ ਨਿਰਭਯੰ ਸਤਰ ਸੈਨਾ, ਤਾਹੰਤੇ ਗੋਪਾਲ ਕੀਰਤਨ ਹੈ। ਗੱਜ ਕੇ ਆਖੋ ਵਾਹਿਗੁਰੂ। ਦੂਜੀ ਫੌਜ 'ਚ ਵੜ ਕੇ ਹੱਲਾ ਕਰਨਾ ਹੁੰਦਾ ਹੈ। ਸੰਤ ਕਹਿਣ ਲੱਗੇ ਅੰਦਰ ਦੇ ਵੈਰੀਆਂ ਦੀ ਫੌਜ 'ਚ ਵੜ ਕੇ ਗੋਪਾਲ ਦੇ ਕੀਰਤਨ ਦਾ ਹੱਲਾ ਕਰਦੇ ਆ, ਕੀਰਤਨ ਰੂਪੀ ਹੱਲਾ ਕਰਦੇ ਆ। ਬਾਬਾ ਆਨੰਦ ਸਿੰਘ ਜੀ, ਉਹਨਾਂ ਕੋਲ ਪਿਆਰਾ ਇੱਕ ਬੈਠਾ, ਕਹਿੰਦੇ ਜੀ ਇਹ ਕਲਯੁਗ ਕਿਵੇਂ ਭੱਜੇਗਾ। ਕਹਿੰਦੇ ਜੇ ਕਲਯੁਗ ਨੂੰ ਭਜਾਉਣਾ ਹੈ ਨਾ, ਗੁਰੂ ਨਾਨਕ ਦੀ ਬਾਣੀ ਦੇ ਕੀਰਤਨ ਦੇ ਨਾਲ ਜੁੜ ਜਾ। ਕਹਿਣ ਲੱਗੇ ਜਦੋਂ ਤਬਲਾ ਵੱਜਦਾ, ਕਹਿੰਦੇ ਤਬਲੇ ਤੇ ਹੱਥ ਨਹੀਂ ਵੱਜਦੇ, ਕੀਰਤਨ ਹੋ ਰਿਹਾ ਹੋਵੇ, ਕਲਯੁਗ ਦੇ ਮੂੰਹ ਤੇ ਚਪੇੜਾਂ ਵੱਜ ਰਹੀਆਂ ਹੁੰਦੀਆਂ ਨੇ। ਐਡਾ ਅਸਰ ਹੈ ਇਹਦਾ। ਹਾਂਜੀ। ਚੌਪਈ। ਜਿਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਅੰ ਕਰੋਤ ਪੰਚ ਤਸਕਰ ਹੈ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਸਾਰੇ ਜਹਾਨ ਨੂੰ ਜਿੱਤਿਆ, ਪੰਜ ਵੈਰੀਆਂ ਨੇ, ਪੰਜ ਵਕਾਰਾਂ ਨੇ, ਸੰਤਾਂ ਨੇ, ਉਹਨਾਂ ਨੂੰ ਵਸ ਵਿੱਚ ਕਰਕੇ ਸਾਰੇ ਜਹਾਨ ਨੂੰ ਜਿੱਤ ਲੈਂਦੇ ਨੇ। ਸੰਤ ਮਨ ਜੀਤੈ ਜਗ ਜੀਤ। ਬੜਾ ਔਖਾ ਤੇ ਅੰਦਰੋਂ ਕਾਮ ਨੂੰ ਭਜਾਉਣਾ। ਪਤਾ ਕੀ ਹੁੰਦਾ, ਜਦੋਂ ਬੰਦਾ ਨਾਮ ਜਪਦਾ ਹੈ, ਮੈਂ ਇੱਕ ਅਭਿਆਸੀ ਦਾ ਤਜਰਬਾ ਤੁਹਾਨੂੰ ਦੱਸਣ ਲੱਗਾ। ਜਦੋਂ ਉਹ ਕਹਿੰਦਾ ਮੈਂ ਕਾਮ ਨੂੰ ਠੱਲ ਪਾਉਣਾ, ਮੈਂ ਸੋਚਦਾ ਵਕਾਰਾ ਨਹੀਂ, ਮਾੜਾ ਨਹੀਂ ਸੋਚਣਾ, ਵਕਾਰ ਨਹੀਂ ਭੋਗਣਾ, ਫਿਰ ਮੈਨੂੰ ਗੁੱਸਾ ਬੜਾ ਤੰਗ ਕਰਨ ਲੱਗ ਪੈਂਦਾ। ਕਹਿੰਦੇ ਫਿਰ ਮੈਨੂੰ ਗੁੱਸਾ ਬੜਾ ਆਉਂਦਾ। ਕਹਿੰਦਾ ਜੇ ਚਲੋ ਮੈਂ ਗੁੱਸੇ ਨੂੰ ਵੀ ਕੰਟਰੋਲ ਕਰ ਲੈਣਾ, ਫਿਰ ਮੈਨੂੰ ਲੋਭ ਬੜਾ ਤੰਗ ਕਰਦਾ। ਤੇ ਕਹਿਣ ਲੱਗਾ ਕਈ ਵਾਰੀ ਤੇ ਗੁੱਸੇ ਨੂੰ ਦੂਰ ਕਰਨ ਵਾਸਤੇ ਮੈਂ ਫਿਰ ਕਾਮ ਵਿੱਚ ਟਲ ਜਾਂਦਾ। ਤੇ ਸੰਗਤ ਜੀ, ਇਹ ਇੱਕ ਹਾਰ ਹੈ, ਵਕਾਰਾਂ ਦੀ ਜਿੱਤ ਹੈ। ਠੀਕ ਹੈ, ਲੱਗਾ ਰਹੇ ਬੰਦਾ, ਜਪੇ ਨਾਮ। ਭਾਈ ਰਣਧੀਰ ਸਿੰਘ ਜੀ ਅਭਿਆਸੀ ਸਨ। ਉਹਨਾਂ ਦਾ ਬਚਨ, ਕਹਿਣ ਲੱਗੇ ਇਕੱਲੇ ਬੈਠੇ ਹੋ, ਵੇਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਮਨ ਬੜੇ ਭੈੜੇ ਭੈੜੇ ਫੁਰਨੇ ਬਣਾਉਂਦਾ ਹੈ। ਜੇ ਮਨ ਨੇ ਭੈੜਾ ਫੁਰਨਾ ਬਣਾਇਆ, ਤੁਸੀਂ ਇਹਦੇ ਨਾਲ ਜੰਗ ਕਰਨੀ ਹੈ। ਕੀ ਕਰਨਾ? ਉੱਚੀ ਉੱਚੀ ਕਹਿਣ ਲੱਗੇ ਫਿਰ ਗੁਰਮੰਤਰ ਦਾ ਜਾਪ ਕਰਨ ਲੱਗ ਪਾਓ ਜੀ। ਪਰ ਇਹਦੇ ਪਾਸੇ ਲੱਗਣਾ ਪੈਂਦਾ। ਕਹਿੰਦੇ ਉੱਚੀ ਉੱਚੀ ਸ਼ੁਰੂ ਹੋ ਜਾਓ, ਫਿਰ ਨਾ ਵੇਖਿਓ ਕੋਈ ਲਾਗੇ ਸੁਣਦਾ ਨਹੀਂ ਸੁਣਦਾ। ਇੰਨੀ ਉੱਚੀ ਕਰਿਓ, ਘੱਟੋ ਘੱਟ ਨਹੀਂ ਤੁਹਾਡੇ ਕਮਰੇ 'ਚ ਉਹਦੀਆਂ ਆਵਾਜ਼ਾਂ ਆਉਣ। ਕੀ ਹੋਏਗਾ? ਕਹਿੰਦੇ ਉਹ ਜਿਹੜਾ ਕਾਮ ਆਉਂਦਾ ਹੈ ਨਾ, ਭੱਜ ਜਾਏਗਾ। ਕ੍ਰੋਧ ਆਉਂਦਾ,
ਉਸੇ ਵੇਲੇ ਗੁਰਮੰਤਰ 'ਚ ਲੱਗ ਜਾਓ, ਆਪੇ ਭੱਜ ਜਾਏਗਾ। ਹਾਂਜੀ। ਚੌਪਈ ਮਨ ਜੀਤੇ ਸੋ ਸੂਰ ਕਹਾਵੈ। ਮਹਾਰਾਜ ਕਹਿੰਦੇ ਭਾਈ ਕਲਿਆਣੇ, ਜਿਹਨੇ ਮਨ ਨੂੰ ਜਿੱਤ ਲਿਆ, ਅਸਲੀ ਯੋਧਾ ਤੇ ਉਹੋ ਹੀ ਹੈ, ਅਸਲੀ ਸੂਰਮਾ ਤੇ ਉਹੋ ਹੀ ਹੈ। ਪ੍ਰਭ ਦਰਗਾਹ ਮਾਨ ਬਹੁ ਪਾਵੈ। ਜਿਹਨੇ ਮਨ ਜਿੱਤ ਲਿਆ, ਐਸਾ ਯੋਧਾ ਸੰਤ ਰੱਬ ਦਾ ਪਿਆਰਾ, ਰੱਬ ਦੀ ਦਰਗਾਹ ਵਿੱਚ ਮਾਣ ਪਾਉਂਦਾ ਹੈ, ਸਤਿਕਾਰ ਮਿਲਦਾ। ਮੈਂ ਪਹਿਲਾਂ ਬੇਨਤੀ ਕੀਤੀ, ਸਭ ਤੋਂ ਔਖਾ ਕੰਮ 'ਚ ਆਪਣੇ ਆਪ ਉੱਤੇ ਕੰਟਰੋਲ ਕਰਨਾ। 3 ਇੰਦਰੀਆਂ ਨੇ, ਮਾੜਾ ਬੋਲਣਾ, ਮਾੜਾ ਸੁਣਨਾ, ਮਾੜਾ ਖਾਣਾ। ਪਿਆਰਿਓ, ਇਹਦੇ ਤੇ ਹੀ ਕੰਟਰੋਲ ਹੋ ਜੇ, ਬੜਾ ਕੁਝ ਹੋ ਜਾਂਦਾ ਜੀ। ਗੰਦਗੀ ਅੱਖਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ, ਗੰਦਗੀ ਕੰਨਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ, ਗੰਦਗੀ ਜੀਭ ਰਾਹੀਂ ਸਾਡੇ ਅੰਦਰ ਜਾਂਦੀ ਹੈ। ਮਹਾਰਾਜ ਕਹਿੰਦੇ ਇਹਨਾਂ 3 ਇੰਦਰੀਆਂ ਨੂੰ ਸਾਧ ਲੈ, ਬੜਾ ਕੰਮ ਤੇਰਾ ਬਣ ਜਾਏਗਾ, ਬੜੀ ਗੱਲ ਬਣ ਜਾਏਗੀ। ਹੁਣ ਜੇ ਗੰਦਗੀ ਨਹੀਂ ਜਾਣੀ ਤਾਂ ਫਿਰ ਕੀ ਜਾਣਾ ਚਾਹੀਦਾ? ਪਿਆਰਿਓ, ਬਾਣੀ ਅੱਖਾਂ ਰਾਹੀਂ ਵੀ ਤੁਹਾਡੇ ਅੰਦਰ ਜਾਂਦੀ ਹੈ। ਆਖੋ ਵਾਹਿਗੁਰੂ। ਜਦੋਂ ਤੁਸੀਂ ਬੈਠਦੇ ਹੋ, ਪੋਥੀ ਸਾਹਿਬ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਨੇਤਰਾਂ ਤੋਂ ਸਤਿਗੁਰੂ ਦੀ ਬਾਣੀ ਦੇ ਦਰਸ਼ਨ ਕਰਦੇ ਹੋ, ਸੰਗਤ ਦੀ ਬਾਣੀ ਅੱਖਾਂ ਵਾਹਿਗੁਰੂ ਅੱਖਾਂ ਰਾਹੀਂ ਅੰਦਰ ਜਾਂਦੀ ਹੈ। ਤੁਸੀਂ ਵੇਖੋ, ਜਪਜੀ ਸਾਹਿਬ ਦਾ ਪਾਠ ਜਿਸ ਗੁਟਕਾ ਸਾਹਿਬ ਤੋਂ ਤੁਸੀਂ ਯਾਦ ਕੀਤਾ ਹੈ, ਤੇ ਸੰਗਤ ਜੀ ਕੀ ਹੁੰਦਾ ਹੈ, ਉਹ ਜਪਜੀ ਸਾਹਿਬ ਦਾ ਪਾਠ ਜਿਹੜਾ ਤੁਸੀਂ ਯਾਦ ਕੀਤਾ, ਯਾਦ ਹੋ ਗਿਆ, ਰੋਜ਼ ਵੇਖ ਕੇ ਪੜ੍ਹਿਆ, ਇੱਕ ਦਿਨ ਅੱਖਾਂ ਬੰਦ ਕਰਿਓ, ਬੰਦ ਅੱਖਾਂ ਵਿੱਚ ਗੁਟਕਾ ਸਾਹਿਬ ਖੁੱਲ ਜਾਂਦਾ ਹੈ ਜੀ, ਅੱਖਾਂ ਰਾਹੀਂ ਅੰਦਰ ਗਈ। ਬਾਣੀ ਕੰਨਾਂ ਰਾਹੀਂ ਵੀ ਅੰਦਰ ਜਾਂਦੀ ਹੈ। ਕਿਸੇ ਰਾਗੀ ਸਿੰਘ ਦੇ ਮੁਖੋਂ ਤੁਹਾਨੂੰ ਕੀਰਤਨ ਸੁਣ ਕੇ ਬੜਾ ਆਨੰਦ ਆਉਂਦਾ ਹੈ। ਪਿਆਰਿਓ, ਕੰਨਾਂ ਦੇ ਰਾਹੀਂ ਬਾਣੀ ਅੰਦਰ ਚਲੇ ਗਈ, 50 ਸਾਲਾਂ ਬਾਅਦ ਵੀ ਉਹ ਸ਼ਬਦ ਅੰਦਰ ਗੂੰਜਦਾ ਰਹਿੰਦਾ ਹੈ ਜੀ। ਇਹਦਾ ਮਤਲਬ ਅੰਦਰ ਗਈ ਹੈ। ਗੁਰੂ ਦੀ ਬਾਣੀ ਜੀਭ ਰਾਹੀਂ ਵੀ ਸਾਡੇ ਅੰਦਰ ਜਾਂਦੀ ਹੈ। ਜਦੋਂ ਅਸੀਂ ਪੜ੍ਹਦੇ ਹਾਂ, ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਫਿਰ ਐਸਾ ਸੂਰਮਾ ਰੱਬ ਦੀ ਦਰਗਾਹ ਵਿੱਚ ਮਾਣ ਪਾਉਂਦਾ ਹੈ। ਨਰ ਸੁਰ ਤਿਸ ਕੋ ਸੁਜਸ ਬਖਾਨੈ। ਮਹਾਰਾਜ ਕਹਿਣ ਲੱਗੇ, ਮਨੁੱਖ ਤਾਂ ਛੱਡੋ, ਦੇਵਤੇ ਵੀ ਉਹਦਾ ਜਸ ਕਰਦੇ ਹੈ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ। ਮਨੁੱਖ ਦੇਵਤੇ ਸਾਰੇ ਉਹਦੀਆਂ ਸਿਫਤਾਂ ਕਰਦੇ ਹਨ। ਸੁਖ ਅਬਿਨਾਸ਼ੀ ਮਿਲੈ ਮਹਾਨੈ। ਅਬਿਨਾਸ਼ੀ ਸੁੱਖ ਮਿਲਦਾ, ਉਹ ਸੁੱਖ ਮਿਲਦਾ ਜਿਸ ਸੁੱਖ ਦਾ ਕਦੀ ਨਾਸ਼ ਨਹੀਂ ਹੁੰਦਾ। ਹਾਂਜੀ। ਹਾਥ ਜੋਰ ਤਬ ਕਹਿ ਕਲਿਆਣਾ। ਹੁਣ ਇਹ ਕੰਮ ਆਪਾਂ ਕਰਨਾ ਜੀ, ਧਿਆਨ ਨਾਲ ਸੁਣਿਓ ਜਿੰਨੇ ਬੈਠੇ ਹੋ। ਜੇ ਅਸੀਂ ਚਾਹੀਏ ਮਨ ਰੂਪੀ ਵੈਰੀ ਨੂੰ ਮਾਰਨਾ, ਮਾਰ ਸਕਦੇ, ਮਾਰ ਸਕਦੇ। ਕਾਮ ਕ੍ਰੋਧ ਲੋਭ ਮਨੋ, ਬੜਾ ਅਭਿਆਸ ਚਾਹੀਦਾ ਹੈ, ਬੜੀ ਕਮਾਈ ਚਾਹੀਦੀ ਹੈ। ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਦੋਵੇਂ ਹੱਥ ਜੋੜ ਲਏ ਜੀ। ਹਾਂਜੀ। ਕਿਰਪਾ ਆਪ ਕੀ ਜਿਸ ਪਰ ਜਾਨਾ। ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਮਹਾਰਾਜ ਜਿਸ ਉੱਤੇ ਆਪ ਕਿਰਪਾ ਕਰਦੇ ਹੋ, ਸੋ ਅਸ ਯੋਧਾ ਮਨ ਕੋ ਗਾਹੈ। ਉਹੋ ਹੀ ਯੋਧਾ ਬਣ ਸਕਦਾ, ਉਹ ਮਨ ਕਾਬੂ ਕਰ ਸਕਦਾ ਹੈ। ਬਿਲਕੁਲ ਬਾਣੀ ਅਨੁਸਾਰ ਗੱਲ ਚ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਕਿਰਪਾ ਹੁੰਦੀ ਮਨ ਵਸ ਹੁੰਦਾ, ਨਹੀਂ ਤੇ ਕਿੱਥੋਂ ਮਾੜੇ ਖਿਆਲ ਅੰਦਰੋਂ ਬਣਨੋਂ ਛੁੱਟਦੇ ਆ। ਸਾਧ ਸੰਗਤ ਜੀ, ਮਹਾਰਾਜ ਤੁਹਾਡੀ ਕਿਰਪਾ ਚਾਹੀਦੀ ਹੈ। ਹਾਂਜੀ। ਚਰਨ ਕਮਲ ਸੋਂ ਲਪਟਿਓ ਰਹੈ। ਮਹਾਰਾਜ ਜਿਹਦੇ ਤੇ ਤੁਸੀਂ ਕਿਰਪਾ ਕਰਦੇ ਹੋ, ਤੁਸੀਂ ਆਪ ਰੱਬ ਪਰਮੇਸ਼ਰ ਹੋ, ਜਿਹਦੇ ਤੇ ਕਿਰਪਾ ਕਰਦੇ ਹੋ, ਉਹ ਮਨ ਜੋਧੇ ਨੂੰ ਜਿੱਤ ਲੈਂਦਾ, ਤੁਹਾਡੇ ਚਰਨਾਂ ਨਾਲ ਲਪਟਿਆ ਰਹਿੰਦਾ ਹੈ। ਹਾਂਜੀ।
ਕਹਿਓ ਗੁਰੂ ਸਿਮਰੋ ਸਤਨਾਮ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਭਾਈ ਕਲਿਆਣੇ ਉੱਤੇ। ਭਾਈ ਕਲਿਆਣੇ ਫਿਰ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਜਪਿਆ ਕਰ ਕਹਿਣ ਲੱਗੇ। ਹਾਂਜੀ, ਸੋ ਭਟ ਬਨ ਹੈ ਤੈਸੋ ਅਭਿਰਾਮ। ਤੂੰ ਵੀ ਐਸਾ ਸੂਰਮਾ ਬਣ ਜਾਏਗਾ, ਐਸਾ ਯੋਧਾ ਬਣ ਜਾਏਗਾ, ਮਨ ਵੈਰੀ ਨੂੰ ਜਿੱਤਣ ਵਾਲਾ ਕਹਿਣ ਲੱਗੇ। ਤੂੰ ਵੀ ਐਸਾ ਯੋਧਾ ਬਣ ਜਾਏਗਾ, ਤੂੰ ਵੀ ਮਨ ਵੈਰੀ ਨੂੰ ਜਿੱਤ ਲਏਗਾ। ਹਾਂਜੀ, ਸੁਨ ਕਰ ਗੁਰ ਸੇਵਾ ਕਹੋ ਲਾਗਿਓ। ਭਾਈ ਕਲਿਆਣਾ ਜੀ ਸੁਣ ਕੇ ਗੁਰੂ ਅਰਜਨ ਦੇਵ ਜੀ ਦੀ ਸੇਵਾ ਦੇ ਵਿੱਚ ਲੱਗ ਗਏ ਜੀ। ਹਾਂਜੀ, ਸਤ ਸੰਗਤ ਮਿਲਬੇ ਅਨੁਰਾਗਿਓ। ਦੋ ਕੰਮ ਕਰਦੇ ਆ, ਇੱਕ ਸੇਵਾ, ਦੂਜੀ ਸਾਧ ਸੰਗਤ, ਜਿਵੇਂ ਤੁਸੀਂ ਕਰ ਰਹੇ ਹੋ। ਪਿਆਰਿਓ, ਕੋਈ ਨਾ ਕੋਈ ਫਰਕ ਤੇ ਪਏਗਾ ਨਾ। ਬੰਦਾ ਆ ਕੇ ਬੈਠਾ ਹੈ, ਕੋਈ ਨਾ ਕੋਈ ਤੇ ਕਿਰਪਾ ਦੀ ਕਣੀ ਹੋਏਗੀ ਨਾ। ਹਾਂਜੀ, ਭਾਨੂ ਭਗਤ ਗੁਰੂ ਸਿੱਖ ਪਿਆਰਾ। ਤੇ ਭਾਈ ਕਲਿਆਣਾ ਜੀ ਫਿਰ ਅੰਦਰ ਦੇ ਯੋਧੇ ਬਣ ਗਏ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਦੇ ਸੂਰਮੇ ਬਣ ਗਏ। ਭਾਈ ਕਲਿਆਣੇ ਨੇ ਮਨ ਵੈਰੀ ਨੂੰ ਜਿੱਤ ਲਿਆ ਜੀ। ਮਿਹਰ ਹੋ ਗਈ ਭਾਈ ਕਲਿਆਣਾ ਜੀ ਤੇ। ਹਾਂਜੀ, ਭਾਨੂ ਭਗਤ ਗੁਰਸਿੱਖ ਭਾਰਾ। ਭਾਈ ਭਾਨੂ ਜੀ ਭਗਤ ਸਨ, ਬੜੇ ਭਾਰੀ ਗੁਰਸਿੱਖ ਸਨ। ਹਾਂਜੀ, ਕਰੈ ਸ਼ਬਦ ਕੋ ਸਦਾ ਵਿਚਾਰਾ। ਇੱਕ ਭਾਈ ਭਾਨੂ ਜੀ ਬਾਬਾ ਬੁੱਢਾ ਜੀ ਦੇ ਵੀ ਪੁੱਤਰ ਹੋਏ ਆ। ਭਾਈ ਭਾਨਾ ਜੀ ਕਰਕੇ ਨਾਮ ਹੈ, ਇਹਨਾਂ ਦਾ ਨਾਮ ਭਾਨੂ ਹੈ। ਗੁਰੂ ਦੇ ਸ਼ਬਦ ਦੀ ਕਥਾ ਕਰਦੇ ਸਨ ਜੀ। ਹਾਂਜੀ, ਸੋ ਵਿੱਚ ਅਰਥ ਸੋ ਆਪ ਕਮਾਵੇ। ਜੋ ਵਿੱਚ ਅਰਥ ਸੋ ਆਪ ਕਮਾਵੇ। ਜੋ ਬਾਣੀ 'ਚ ਲਿਖਿਆ ਹੁੰਦਾ ਸੀ, ਭਾਈ ਭਾਨੂ ਜੀ ਪਹਿਲਾਂ ਉਹਦੀ ਕਮਾਈ ਕਰਦੇ ਸਨ। ਪੁੰਨ ਅਰਪਨ ਉਪਦੇਸ਼ ਸੁਣਾਵੇ। ਪੁੰਨ ਅਪਰਨ ਉਪਦੇਸ਼ ਸੁਣਾਵੇ। ਫਿਰ ਦੂਜਿਆਂ ਨੂੰ ਉਹ ਕਥਾ ਸੁਣਾਉਂਦੇ ਸਨ ਜੀ। ਹਾਂਜੀ, ਤਿਸ ਕੀ ਰਸਨਾ ਤੇ ਜੋ ਸੁਨੈ। ਜਿਹੜਾ ਭਾਈ ਭਾਨੂ ਜੀ ਦੇ ਮੁਖ ਤੋਂ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਸੁਣਦਾ, ਭਾਉ ਭਗਤ ਉਪਜਹਿ ਮਨ ਗੁਨੈ। ਬਸ ਉਹ ਫਿਰ ਪ੍ਰੇਮਾ ਭਗਤੀ ਉਹਦੇ ਮਨ 'ਚ ਪੈਦਾ ਹੋ ਜਾਂਦੀ ਸੀਗੀ ਜੀ। ਹਾਂਜੀ, ਸ਼੍ਰੀ ਅਰਜਨ ਢਿਗ ਕਿਨਹੋਂ ਬਖਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੋ ਸਿੱਖ ਆਇਆ, ਉਹਨੇ ਦੱਸਿਆ ਪੁਰ ਮੋਹ ਜੰਗ ਬਸੈ ਅਨਜਾਨਾ। ਗੱਜ ਕੇ ਆਖੋ ਸੱਚੇ ਪਾਤਸ਼ਾਹ, ਮੋਹੇ ਜੰਗ ਪਿੰਡ ਵਿੱਚ ਇੱਕ ਸਿੱਖ ਰਹਿੰਦਾ, ਉਹਦੇ ਬਾਰੇ ਪਤਾ ਨਹੀਂ ਉਹ ਕੌਣ ਹੈ। ਹਾਂਜੀ, ਮਹਾ ਦੁਸ਼ਟ ਗੁਰ ਨਿੰਦਾ ਕਰੈ। ਮਹਾਰਾਜ ਬੜਾ ਦੁਸ਼ਟ ਹੈ, ਨਿੰਦਿਆ ਬੜੀ ਕਰਦਾ ਹੈ। ਕਈਆਂ ਦਾ ਸੁਭਾਅ ਹੁੰਦਾ ਗੁਰੂ ਦੀ ਵੀ ਨਿੰਦਿਆ ਕਰੀ ਜਾਂਦੇ ਹੈ। ਹਾਂਜੀ, ਸਿੱਖਨ ਗਨ ਕੋ ਤਰਕਨ ਧਰੈ। ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖਾਂ ਉੱਤੇ ਤਰਕ ਕਰਦਾ ਹੈ, ਆਪ ਜੀ ਦੀ ਨਿੰਦਾ ਕਰਦਾ ਹੈ। ਹਾਂਜੀ, ਸ਼੍ਰੀ ਮੁਖ ਤੇ ਭਾਨੂ ਸੰਗ ਭਾਖਾ। ਮਹਾਰਾਜ ਗਰੀਬ ਨਵਾਜ ਭਾਈ ਭਾਨੂ ਜੀ ਨੂੰ ਸੱਦਿਆ। ਮਹਾਰਾਜ ਭਾਈ ਭਾਨੂ ਜੀ ਨੂੰ ਕਿਹਾ, ਮੋਹ ਜੰਗੀ ਗਮਨਹੁ ਧਰ ਕਾਂਖਾ। ਮਹਾਰਾਜ ਕਹਿਣ ਲੱਗੇ ਮੋਜੰਗੀ ਜਾ। ਇਹ ਲਾਹੌਰ ਵਿੱਚ ਵੀ ਵੈਸੇ ਇੱਕ ਪਿੰਡ ਹੈ ਮੁਜੰਗਾ, ਹੋ ਸਕਦਾ ਉਹ ਨਗਰ ਹੋਵੇ। ਮਹਾਰਾਜ ਕਹਿੰਦੇ ਉੱਥੇ ਜਾ। ਨਰਗਨ ਕੋ ਗੁਰਮਤਿ ਸਿਖਰਾਵੋ। ਕਥਾ ਕਰਿਆ ਕਰ ਉੱਥੇ ਜਾ ਕੇ, ਗੁਰਮਤ ਸਿਖਾ ਸਾਰਿਆਂ ਨੂੰ। ਨਰਕ ਪਰਨ ਤੇ ਜਾਏ ਬਿਚਾਵੋ। ਜਾ ਮਹਾਰਾਜ ਕਹਿੰਦੇ ਉੱਥੇ ਉਹ ਨਿੰਦਾ ਕਰਨ ਦੇ ਆ, ਕਿਤੇ ਉੱਥੋਂ ਦੇ ਲੋਕ ਨਰਕਾਂ 'ਚ ਨਾ ਚਲੇ ਜਾਣ, ਉਹਨਾਂ ਨੂੰ ਗੁਰਮਤ ਸਿਖਾਓ। ਹਾਂਜੀ, ਸੁਨ ਆਗਿਆ ਗੁਰ ਕੀ ਤਬ ਗਇਓ। ਭਾਈ ਭਾਨੂ ਜੀ ਗੁਰੂ ਜੀ ਦਾ ਹੁਕਮ ਸੁਣ ਕੇ ਮੁਜੰਗਾ ਗਏ। ਸ਼ਬਦ ਵਿਚਾਰ ਸੁਨਾਵਤ ਭਇਓ। ਸੰਗਤ ਨੂੰ ਗੁਰੂ ਦੀ ਬਾਣੀ ਦੀ ਕਥਾ ਸੁਣਾਇਆ ਕਰਨ। ਕ੍ਰਿਸ਼ਨਾ ਸੇਠੀ ਹੁਤੋ ਸੰਗੀਣਾ। ਹਾਂਜੀ, ਸੁਨ ਗੁਰਮਤਿ ਕੋ ਭਇਓ ਪਰਬੀਣਾ। ਹਾਂਜੀ, ਸੁਨ ਬਨਿਤਾ ਜੁਤ ਭਾਉ ਤਰਨ ਤੇ। ਭਾਨੂ ਕੀ ਸਭ ਸੇਵ ਕਰਨ ਤੇ। ਉੱਥੇ ਸਨ ਭਾਈ ਕ੍ਰਿਸ਼ਨਾ ਜੀ, ਭਾਈ ਸੰਗੀਣਾ ਜੀ। ਉਹ ਬੜੇ ਸਿਆਣੇ ਬਣ ਗਏ ਕਥਾ ਸੁਣ ਸੁਣ ਕੇ। ਦੋਵੇਂ ਪਰਿਵਾਰ ਸਮੇਤ ਭਾਈ ਭਾਨੂ ਜੀ ਦੀ ਸੇਵਾ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਹੋਤ ਪ੍ਰਭਾਤ ਸ਼ਬਦ ਕੀ ਕਥਾ। ਜਦੋਂ ਸਵੇਰ ਦਾ ਸਮਾਂ ਹੁੰਦਾ ਸੀ, ਭਾਈ ਭਾਨੂ ਜੀ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੀ ਸੰਗਤ ਦੀ ਕਥਾ ਸੁਣਾਉਂਦੇ ਸੰਗਤ ਨੂੰ। ਹਾਂਜੀ, ਪੁੰਨ ਸੰਧਿਆ ਕੋ ਕਰਹੀ ਤਥਾ। ਫਿਰ ਸੰਧਿਆ ਦੇ ਸਮੇਂ
ਫਿਰ ਕਥਾ ਸੁਣਾਉਣੀ ਸੰਗਤ ਨੂੰ। ਬਾਹਰ ਕੀਰਤਨ ਮਿਲ ਸਭ ਕਰੈ, ਮਿਲ ਕੇ ਸਾਰੇ ਕੀਰਤਨ ਵੀ ਕਰਦੇ ਆ ਫਿਰ। ਹਾਂਜੀ। ਸਤਿਗੁਰ ਮੈਂ ਪੁਨ ਸ਼ਰਧਾ ਧਰੈ। ਤੇ ਉਹ ਨਿੰਦਕ ਜਿਹੜਾ ਨਿੰਦਿਆ ਕਰਦਾ ਸੀ ਨਾ, ਫਿਰ ਉਹਦੀ ਨਿੰਦਿਆ ਦਾ ਅਸਰ ਨਹੀਂ ਹੋਇਆ ਜੀ। ਲੋਕ ਸਤਿਗੁਰਾਂ ਉੱਤੇ ਸ਼ਰਧਾ ਰੱਖਣ ਲੱਗ ਪਏ। ਹਾਂਜੀ। ਇੱਕ ਭਾਨੂ ਕੇ ਗਮਨੇ ਤਹਾਂ, ਇੱਕ ਭਾਈ ਭਾਨੂ ਜੀ ਦੇ ਉੱਥੇ ਜਾਣ ਨਾਲ ਸਤ ਸੰਗਤ ਹੋਈ ਸ਼ਬ ਮਹਾ। ਉੱਥੇ ਸੰਗਤ ਸ਼ੁਰੂ ਹੋ ਗਈ ਮੁਜੰਗਾਂ 'ਚ, ਤੇ ਨਿੰਦਕ ਜਿਹੜਾ ਸੀ ਉਹਦਾ ਅਸਰ ਹੀ ਨਹੀਂ ਪਿਆ। ਸੰਗਤ ਜੀ ਇਸੇ ਤਰ੍ਹਾਂ ਇੱਕ ਗੁਰਮੁਖ ਦੂਜਿਆਂ ਨੂੰ ਧਾਰ ਦਿੰਦਾ ਹੈ। ਹਾਂਜੀ। ਬਾਟ ਅਥਿਤਨ ਕਰ ਆਹਾਰਾ, ਉੱਥੇ ਸੰਗਤਾਂ ਇੱਕ ਦੂਜੇ ਨੂੰ ਲੰਗਰ ਛਕਾਉਣ ਲੱਗ ਪਈਆਂ ਜੀ। ਸਤਨਾਮ ਕੋ ਸਿਮਰਨ ਧਾਰਾ, ਤੇ ਸਤਨਾਮ ਸ੍ਰੀ ਵਾਹਿਗੁਰੂ ਇਹ ਸਿਮਰਨ ਕਰਨ ਲੱਗ ਪਈਆਂ। ਮਹਾਰਾਜ ਨੇ ਉਸ ਨਿੰਦਕ ਨੂੰ ਕੁਝ ਨਹੀਂ ਕਿਹਾ, ਉਹਦੇ ਮਾੜੇ ਕਰਮ ਉਹ ਗੁਰੂ ਦੀ ਨਿੰਦਿਆ ਕਰਦਾ ਹੈ। ਸੰਗਤ ਜੀ, ਇਸ ਸਰੀਰ ਵਿੱਚੋਂ ਸਵਾਸ ਨਿਕਲ ਜਾਣ ਪਰ ਕਦੀ ਸਤਿਗੁਰੂ ਦੀ ਨਿੰਦਿਆ ਨਾ ਹੋਵੇ ਜੀ। ਕੀ ਕਰਨਾ ਇਹੋ ਜਿਹੇ ਸਰੀਰ ਨੂੰ? ਮਹਾਰਾਜ ਕਹਿੰਦੇ ਫਿੱਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਕੀ ਕਰਨਾ ਇਹੋ ਜਿਹੇ ਜੀਵਨ ਨੂੰ? ਸਰੀਰ ਚੋਂ ਸਵਾਸ ਪੂਰੇ ਹੋ ਜਾਣ ਪਰ ਕਦੀ ਵੀ ਮੁਖ ਤੋਂ ਗੁਰੂ ਜੀ ਦੀ ਨਿੰਦਿਆ ਨਾ ਹੋਵੇ ਜੀ। ਇਹ ਰਸਨਾ ਜਦੋਂ ਉਚਰੇ ਆਪਣੇ ਗੁਰੂ ਦੀਆਂ ਸਿਫਤਾਂ ਹੀ ਉਚਰੇ, ਆਪਣੇ ਗੁਰੂ ਦੀ ਵਡਿਆਈ ਉਚਰੇ। ਭਾਈ ਭਾਨੂ ਜੀ ਨੇ ਨਿੰਦਕ ਦਾ ਅਸਰ ਨਹੀਂ ਹੋਣ ਦਿੱਤਾ। ਇਸੇ ਤਰ੍ਹਾਂ ਜੇ ਤੁਹਾਨੂੰ ਕੋਈ ਢਿੱਲੀ ਮਾਠੀ ਗੱਲ ਸੁਣਾਉਣ ਲੱਗੇ, ਪਿਆਰਿਓ ਤੁਰੰਤ ਗੁਰੂ ਦੇ ਪਿਆਰਿਆਂ ਦੇ ਮੁਖੋਂ ਕਥਾ ਸੁਣਨ ਲੱਗ ਪਿਆ ਕਰੋ, ਤਾਂ ਕਿ ਤੁਹਾਡੇ ਤੇ ਉਸ ਨਿੰਦਿਆ ਦਾ ਅਸਰ ਨਾ ਹੋ ਜਾਵੇ। ਅੱਜ ਮੀਡੀਆ ਤੇ ਬੜੇ ਲੋਕ ਐਸੇ ਹਨ ਜਿਹੜੇ ਨਿੰਦਿਆ ਵੀ ਗੁਰੂ ਜੀ ਦੀ ਕਰਨ ਵਿੱਚ ਗੁਰੇਜ਼ ਨਹੀਂ ਕਰਦੇ, ਪਰ ਆਪਾਂ ਗੁਰੂ ਦੀਆਂ ਸਿਫਤਾਂ ਹੀ ਕਰਨੀਆਂ ਹੁੰਦੀਆਂ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਸਾਰੀ ਸੰਗਤ 2 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ। ਮਹਾਰਾਜ ਕਹਿੰਦੇ ਆ, ਇਹੋ ਹੀ ਗੁਰਮੁਖਾਂ ਦਾ ਸੂਰਮਾ ਹੈ ਰੱਬ ਦਾ ਨਾਮ ਜਪਣਾ। ਸੂਰਮਤਾਈ ਹੈ, ਜਪੋ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ, ਖੂਬ ਜਪਿਆ ਕਰੀਏ। ਕਥਾ ਸੁਣਨ ਦਾ ਇਹੋ ਹੀ ਲਾਭ ਹੈ। ਮਹਾਰਾਜ ਸਾਡੇ ਤੇ ਕਿਰਪਾ ਕਰਨ, ਹੋਈਆਂ ਬੇਅੰਤ ਭੁੱਲਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਸੁਖ ਵਰਤਾਉਣ ਗਰੀਬ ਨਵਾਜ਼ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ